Today we will discuss the next topic average velocity. Average velocity ਕੀ ਹੁੰਦੀ ਹੈ ਉਹਦੀ ਸਟੱਡੀ ਕਰਾਂਗੇ। ਇਹ ਪਹਿਲਾਂ ਆਪਾਂ ਮੋਸ਼ਨ ਇਨ ਸਟ੍ਰੇਟ ਲਾਈਨ ਦੇ ਵਿੱਚ ਸਟੱਡੀ ਕੀਤਾ ਸੀ। ਇਹ ਤੋਂ ਪਹਿਲਾਂ ਤੁਹਾਨੂੰ ਪ੍ਰੀਵੀਅਸ ਜਿਹੜੇ ਲੈਕਚਰ ਨੇ ਉਹ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣੇ ਆ, ਜਿਹਦੇ ਵਿੱਚ ਆਪਾਂ ਨੇ ਪੋਜੀਸ਼ਨ ਵੈਕਟਰ ਕੀਤਾ ਸੀ, ਡਿਸਪਲੇਸਮੈਂਟ ਵੈਕਟਰ ਕੀਤਾ ਸੀ। ਜੇ ਨਹੀਂ ਕੀਤਾ ਤਾਂ ਇੱਕ ਵਾਰ ਜਾ ਕੇ ਵੀਡੀਓ ਦੇਖ ਲਿਓ। ਸੋ ਅੱਜ ਦਾ ਹੈਗਾ ਆਪਣਾ ਐਵਰੇਜ ਵੈਲੋਸਿਟੀ ਕੀ ਹੁੰਦੀ ਆ। ਐਵਰੇਜ ਦਾ ਮਤਲਬ ਹੁੰਦਾ ਹੈ ਕਿ ਆਪਾਂ ਮੰਨ ਲਓ ਕਿਤੇ ਜਾ ਰਹੇ ਹਾਂ, ਵੈਲੋਸਿਟੀ ਦੀ ਗੱਲ ਕਰਾਂ ਮੈਂ ਕਿਤੇ ਜਾ ਰਿਹਾ ਹਾਂ ਤਾਂ ਉਸ ਟਾਈਮ ਦੇ ਦੌਰਾਨ ਮੇਰਾ ਜਿਹੜਾ ਵਹੀਕਲ ਆ ਉਹਦੀ ਕਿੰਨੀ ਐਵਰੇਜ ਵੈਲੋਸਿਟੀ ਹੋਵੇਗੀ, ਉਹਨੂੰ ਫਾਈਂਡ ਕਰਨ ਦਾ ਕੀ ਤਰੀਕਾ ਹੈ ਉਹ ਆਪਾਂ ਅੱਜ ਮੋਸ਼ਨ ਇਨ 2 ਡਾਇਮੈਂਸ਼ਨ 'ਚ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਡੈਫੀਨੇਸ਼ਨ ਆ ਜਾਂਦੀ ਹੈ। ਡੈਫੀਨੇਸ਼ਨ ਆਪਾਂ ਨੂੰ ਪਤਾ ਹੈ ਕਿ ਰੇਸ਼ੋ ਹੁੰਦੀ ਹੈ, ਇਹ ਕਿਹਦੀ ਹੁੰਦੀ ਹੈ ਵੀ ਡਿਸਪਲੇਸਮੈਂਟ ਅਪੋਨ ਟਾਈਮ ਇੰਟਰਵਲ। ਹੁਣ ਆਪਾਂ ਡਿਸਪਲੇਸਮੈਂਟ ਵੈਕਟਰ ਪੜ੍ਹ ਕੇ ਹਟੇ ਆ, ਉਹਨੂੰ ਆਪਾਂ ਨੇ ਇੱਥੇ ਯੂਜ਼ ਕਰਨਾ ਹੈ ਇਹਦਾ ਐਕਸਪ੍ਰੈਸ਼ਨ ਲਿਖਣ ਵਾਸਤੇ। ਸੋ ਵੀ ਬਾਰ represent the average velocity is equal to delta r vector upon delta t. Here delta r vector represent the displacement vector. ਹੁਣ ਡਿਸਪਲੇਸਮੈਂਟ ਵੈਕਟਰ ਨੂੰ ਆਪਾਂ ਇਹਦੇ ਰੈਕਟੈਂਗਲ ਕੰਪੋਨੈਂਟ ਦੇ ਵਿੱਚ ਸਟੱਡੀ ਕੀਤਾ ਸੀ ਕਿ ਕਿਸ ਤਰ੍ਹਾਂ ਰਾਈਟ ਕੀਤਾ ਜਾਂਦਾ। ਸੋ ਡੈਲਟਾ ਆਰ ਵੈਕਟਰ ਦਾ ਜਿਹੜਾ ਰੈਕਟੈਂਗੂਲਰ ਕੰਪੋਨੈਂਟ ਹੁੰਦਾ ਉਹ ਹੁੰਦਾ ਡੈਲਟਾ ਐਕਸ ਆਈ ਕੈਪ ਪਲੱਸ ਡੈਲਟਾ ਵਾਈ ਜੇ ਕੈਪ। ਫਿਰ ਆਪਾਂ ਨੇ ਕੀ ਕੀਤਾ, ਨੈਕਸਟ ਸਟੈਪ ਇਹਦੇ ਵਿੱਚ ਜਿਹੜੇ ਇਹਦਾ ਡੈਲਟਾ ਟੀ ਆ ਉਹਨੂੰ ਕੱਲੇ ਦੇ ਲੌਂਗ ਲਾਤਾ, ਇੱਕ ਲਿਖਿਆ ਡੈਲਟਾ ਐਕਸ ਅਪੋਨ ਡੈਲਟਾ ਟੀ, ਇੱਕ ਲਿਖਤਾ ਡੈਲਟਾ ਵਾਈ ਅਪੋਨ ਡੈਲਟਾ ਟੀ, ਮਤਲਬ ਸਪਲਿਟ ਕਰਤਾ ਡਿਨੋਮੀਨੇਟਰ ਨੂੰ ਦੋਨਾਂ ਦੇ ਅਲੌਂਗ। ਸੋ ਜਿਹੜਾ ਡੈਲਟਾ ਐਕਸ ਅਪੋਨ ਡੈਲਟਾ ਟੀ ਆ ਇਹ ਕੀ ਦਿੰਦਾ ਮੈਨੂੰ, ਵੈਲੋਸਿਟੀ ਦਾ ਕੰਪੋਨੈਂਟ ਦਿੰਦਾ ਅਲੌਂਗ ਐਕਸ ਐਕਸਿਸ। ਤੇ ਜਿਹੜਾ ਡੈਲਟਾ ਵਾਈ ਅਪੋਨ ਡੈਲਟਾ ਟੀ ਆ ਇਟ ਵਿਲ ਗਿਵ ਅਸ ਵੈਲੋਸਿਟੀ ਕੰਪੋਨੈਂਟ ਅਲੌਂਗ ਵਾਈ ਐਕਸਿਸ। ਸੋ ਇਹ ਸੀ ਆਪਣਾ ਇਹਦਾ ਐਵਰੇਜ ਜਿਹੜਾ ਵੈਲੋਸਿਟੀ ਆ ਉਹਦਾ ਰੈਕਟੈਂਗੂਲਰ ਕੰਪੋਨੈਂਟ ਕੱਢਣ ਦਾ ਤਰੀਕਾ। ਨੈਕਸਟ ਆ ਜਾਂਦਾ ਕਿ ਇਸ ਜਿਹੜੀ ਐਵਰੇਜ ਐਕਸਲਰੇਸ਼ਨ ਆ ਇਹਦੀ ਡਾਇਰੈਕਸ਼ਨ ਕੀ ਹੋਵੇਗੀ। ਹੁਣ ਆਹ ਲਾਈਨ ਨੂੰ ਯਾਦ ਕਰ ਲੈਣਾ, ਲਿਖ ਲੈਣਾ ਤੁਸੀਂ ਕਾਪੀ ਦੇ ਉੱਪਰ ਆਪਣੀ ਦੇ, ਜਿਹੜੀ ਡਾਇਰੈਕਸ਼ਨ ਹੁੰਦੀ ਆ ਐਵਰੇਜ ਵੈਲੋਸਿਟੀ ਦੀ ਉਹ ਸੇਮ ਹੁੰਦੀ ਆ ਐਜ਼ ਦੈਟ ਆਫ ਡਿਸਪਲੇਸਮੈਂਟ ਵੈਕਟਰ। ਮਤਲਬ ਜਿੱਧਰ ਡਿਸਪਲੇਸਮੈਂਟ ਵੈਕਟਰ ਦੀ ਡਾਇਰੈਕਸ਼ਨ ਹੋਵੇਗੀ ਉਧਰ ਹੀ ਆਪਣੀ ਡਾਇਰੈਕਸ਼ਨ ਹੋਵੇਗੀ ਐਵਰੇਜ ਵੈਲੋਸਿਟੀ ਦੀ। ਇਹਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹਦਾ ਡਾਇਗਰਾਮ ਵੀ ਬਣਾਈ ਹੋਈ ਆ, ਕਿਉਂਕਿ ਇਹ ਟੌਪਿਕ ਆਪਾਂ ਪਿਛਲੇ ਟੌਪਿਕ ਦੇ ਵਿੱਚ ਡਿਸਕਸ ਕੀਤਾ ਸੀ ਕਿਵੇਂ ਆਪਾਂ ਡਾਇਗਰਾਮ ਦੇ ਨਾਲ ਡਿਸਪਲੇਸਮੈਂਟ ਵੈਕਟਰ ਨੂੰ ਰਿਪਰੈਜ਼ੈਂਟ ਕੀਤਾ ਸੀ। ਹੁਣ ਇਹਦੇ ਵਿੱਚ ਵੀ ਮੈਂ ਐਕਸ ਤੇ ਵਾਈ ਪਲੇਨ ਲੈਣਾ। ਜਿਹੜਾ ਬਲੈਕ ਲਾਈਨ ਆ ਉਹ ਹੈਗੀ ਆ ਪਾਥ ਮੇਰੀ, ਕਿ ਇਸ ਪਾਥ ਦੇ ਅਲੌਂਗ ਮੈਂ ਮੂਵ ਕਰ ਰਹੇ ਹਾਂ ਪਹਿਲਾਂ ਮੈਂ। ਸੋ ਨੈਕਸਟ ਇਜ਼ ਇੰਸਟੈਂਟੇਨੀਅਸ ਵੈਲੋਸਿਟੀ। ਇਸ ਦੇ ਵਿੱਚ ਆਪਾਂ ਪੜਾਂਗੇ ਕਿ ਇੰਸਟੈਂਟ ਦਾ ਪਹਿਲਾਂ ਇੰਸਟੈਂਟ ਦਾ ਮਤਲਬ ਕੀ ਹੁੰਦਾ ਹੈ। ਇੰਸਟੈਂਟ ਦਾ ਮਤਲਬ ਹੁੰਦਾ ਹੈ ਐਟ ਅ ਪਾਰਟੀਕੂਲਰ ਟਾਈਮ, ਕਿਸੇ ਖਾਸ ਸਮੇਂ ਦੇ ਉੱਪਰ। ਹੁਣ ਵੈਲੋਸਿਟੀ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਆ ਜਾਂਦਾ, ਮੰਨ ਲਓ ਕਿ ਆਪਾਂ ਕਿਤੇ ਜਾ ਰਹੇ ਹਾਂ, ਕਿਸੇ ਬਾਈਕ ਦੇ ਉੱਪਰ ਜਾ ਰਿਹਾ ਮੈਂ, ਅਚਾਨਕ ਕੋਈ ਮੈਨੂੰ ਪੁੱਛੇ ਕਿ ਤੁਹਾਡੇ ਜਿਹੜੇ ਬਾਈਕ ਆ ਉਹਦੀ ਵੈਲੋਸਿਟੀ ਕੀ ਆ ਉਸ ਸਮੇਂ ਦੇ ਉੱਪਰ, ਤਾਂ ਜਿਹੜੀ ਉਹ ਵੈਲੋਸਿਟੀ ਹੋਵੇਗੀ ਦੈਟ ਵੈਲੋਸਿਟੀ ਇਜ਼ ਕਾਲਡ ਇੰਸਟੈਂਟੇਨੀਅਸ ਵੈਲੋਸਿਟੀ। ਹੁਣ ਇਹਨੂੰ ਫਾਈਂਡ ਕਰਨ ਦਾ ਕੀ ਤਰੀਕਾ ਹੈ, ਡੈਫੀਨੇਸ਼ਨ ਲਿਖੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਸਟੱਡੀ ਕਰਾਂਗੇ। The instantaneous velocity of a particle is equal to the limiting value of its average velocity. ਹੁਣ ਜਿਹੜਾ ਆਪਾਂ ਐਵਰੇਜ ਵੈਲੋਸਿਟੀ ਪੜ੍ਹੀ ਆ ਨੈਕਸਟ ਜਿਹੜਾ ਪ੍ਰੀਵੀਅਸ ਵੀਡੀਓ ਦੇ ਵਿੱਚ, ਪ੍ਰੀਵੀਅਸ ਕਹਿ ਲਓ ਆਪਾਂ ਲੈਕਚਰ ਦੇ ਵਿੱਚ, ਤਾਂ ਜੇ ਆਪਾਂ ਉਸ ਐਵਰੇਜ ਵੈਲੋਸਿਟੀ ਦੀ ਲਿਮਿਟ ਲੈ ਲਈਏ then we get instantaneous velocity. ਸੋ ਆਹ ਦੇਖੋ, ਇਹਨੂੰ ਫਾਈਂਡ ਕਰਨ ਵਾਸਤੇ ਮੈਂ expression type ਕੀਤਾ delta v vector approach is equal to limit delta t approaches to 0 delta r vector upon delta t. Next I will use the rectangular component of the displacement vector, वो लिखे अपन ने डेल्टा एक्स आई कैप प्लस डेल्टा वाई जे कैप अपॉन डेल्टा टी।
ਨੈਕਸਟ ਸਟੈਪ ਹੈਗਾ ਕਿ ਜਿਹੜਾ ਡੈਲਟਾ ਟੀ ਆ ਪਹਿਲਾਂ ਉਹਨੂੰ ਡੈਲਟਾ ਐਕਸ ਦੇ ਨਾਲ ਲਿਖ ਦੇਣਾ ਰੇਸ਼ੋ ਦੇ ਵਿੱਚ, ਫਿਰ ਡੈਲਟਾ ਵਾਈ ਦੇ ਰੇਸ਼ੋ 'ਚ ਲਿਖ ਦੇਣਾ, ਤੇ ਨਾਲ ਲਿਮਿਟ ਨੂੰ ਨਹੀਂ ਛੱਡਣਾ, ਲਿਮਿਟ ਨਾਲ ਲਿਖਣੀ ਹੈ। ਲਿਮਿਟ ਡੈਲਟਾ ਟੀ ਅਪਰੋਚਿਸ ਟੂ 0 ਡੈਲਟਾ ਐਕਸ ਅਪੋਨ ਡੈਲਟਾ ਟੀ ਆਈ ਕੈਪ ਪਲਸ ਲਿਮਿਟ ਟੀ ਡੈਲਟਾ ਟੀ ਅਪਰੋਚਿਸ ਟੂ 0 ਡੈਲਟਾ ਵਾਈ ਅਪੋਨ ਡੈਲਟਾ ਟੀ ਜੇ ਕੈਪ। ਸੋ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਵੀ ਡਿਫਰੈਂਸ਼ੀਏਸ਼ਨ ਕੀਤੀ ਆਪਾਂ ਨੇ, ਉਹਦੇ ਵਿੱਚ ਦੱਸਿਆ ਗਿਆ ਸੀ ਕਿ ਜੇ ਆਪਾਂ ਕਿਸੇ ਦੀ ਲਿਮਿਟ ਲੈ ਲੈਂਦੇ ਆ, then that factor will convert it into its derivative form। ਸੋ ਜਿਹੜਾ ਡੈਲਟਾ ਹੈ ਉਹ ਡੈਰੀਵੇਟਿਵ ਫਾਰਮ ਦੇ ਵਿੱਚ ਕਨਵਰਟ ਹੋ ਗਿਆ। ਜਿਹੜਾ ਡੈਲਟਾ ਸੀ ਉਹ ਕੀ ਬਣ ਗਿਆ ਡੀ ਐਕਸ ਅਪੋਨ ਡੀ ਟੀ ਆਈ ਕੈਪ ਪਲਸ ਡੀ ਵਾਈ ਅਪੋਨ ਡੀ ਟੀ ਜੇ ਕੈਪ। ਹੁਣ ਡੀ ਐਕਸ ਅਪੋਨ ਡੀ ਟੀ ਕੀ ਦਿੰਦਾ ਆਪਾਂ ਨੂੰ ਵੈਲੋਸਿਟੀ along x axis and dy upon dt give us the velocity along y axis। ਪਹਿਲਾਂ x axis ਸੀ, y axis। so it is the instantaneous velocity, and from this equation we get its rectangular component। ਸੋ ਨੈਕਸਟ ਇਹਦੇ ਵਿੱਚ ਆਪਾਂ ਨੇ ਪੜ੍ਹਨਾ ਹੈ ਕਿ ਜਿਹੜਾ ਇੰਸਟੈਂਟੇਨੀਅਸ ਐਕਸਲੇਸ਼ਨ ਆ ਉਹਦੀ ਡਾਇਰੈਕਸ਼ਨ ਕੀ ਆ। ਇਹ ਡਾਇਰੈਕਸ਼ਨ ਨੂੰ ਧਿਆਨ ਨਾਲ ਸਮਝਿਓ। ਇਹ ਡਾਇਰੈਕਸ਼ਨ ਦੇ ਨਾਲ ਆਪਾਂ ਦੱਸਾਂਗੇ ਕਿ ਇਹਦੀ ਡਾਇਰੈਕਸ਼ਨ ਕੰਮ ਕਿੱਥੇ ਆਉਂਦੀ ਆ। ਇਹ ਡਾਇਰੈਕਸ਼ਨ ਜੇ ਸਮਝ ਆ ਗਿਆ ਤਾਂ ਤੁਸੀਂ ਇੰਸਟੈਂਟੇਨੀਅਸ ਐਕਸਲੇਸ਼ਨ ਦੀ ਡਾਇਰੈਕਸ਼ਨ ਵੀ ਚੰਗੀ ਤਰ੍ਹਾਂ ਸਮਝ ਸਕੋਗੇ। ਤਾਂ ਮੈਂ 4 ਗ੍ਰਾਫ ਬਣਾਏ ਹੋਏ ਆ ਇਹਦੇ ਵਿੱਚ। 4 ਗ੍ਰਾਫ ਦੇ ਵਿੱਚ ਪਹਿਲਾ ਜੋ ਮੇਰਾ ਯੈਲੋ ਕਲਰ ਆ ਉਹ ਕੀ ਦੱਸਦਾ ਮੈਨੂੰ ਪਾਥ ਬਾਰੇ ਦੱਸਦਾ ਕਿ ਕਿਸੇ ਆਬਜੈਕਟ ਦੀ ਪਾਥ ਹੈ ਰੈਗੂਲਰ ਪਾਥ ਆ, ਕਰਵ ਕਹਿ ਲਓ ਜਾਂ ਚਾਰਾਂ ਕੇਸਿਸ ਦੇ ਵਿੱਚ ਸੇਮ ਆ। ਪੀ ਪੁਆਇੰਟਸ ਚਾਰਾਂ ਦੇ ਵਿੱਚ ਫਿਕਸ ਆ। ਇਹ ਹੈਗਾ ਜਦੋਂ ਟਾਈਮ ਟੀ ਆ ਉਸ ਵੇਲੇ ਆਬਜੈਕਟ ਪੀ ਪੋਜੀਸ਼ਨ ਤੇ ਪਿਆ, ਉਹਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਮੈਂ ਦੱਸਿਆ ਹੋਇਆ ਤੁਹਾਨੂੰ। ਆਪਾਂ ਪੋਜੀਸ਼ਨ ਵੈਕਟਰ ਡਰਾ ਕਰ ਦਿੰਦੇ ਆ। ਫਿਰ ਪਹਿਲੇ ਗ੍ਰਾਫ ਦੇ ਵਿੱਚ ਆਫਟਰ ਟਾਈਮ ਟੀ ਡੈਸ਼ ਦਾ ਪਾਰਟੀਕਲ ਇਜ਼ ਐਟ P1, ਮਤਲਬ ਜਦੋਂ ਟਾਈਮ ਟੀ ਜਾਂ ਟੀ ਡੈਸ਼ ਕਹਿ ਲਓ ਜਾਂ T1 ਕਹਿ ਲਓ ਤਾਂ ਜਿਹੜਾ ਆਬਜੈਕਟ ਆ ਉਹ P1 ਤੇ ਹੁੰਦਾ। ਤਾਂ ਉਹਦੀ ਪੋਜੀਸ਼ਨ ਨੂੰ ਸ਼ੋ ਕਰਨ ਵਾਸਤੇ ਆਈ ਵਿਲ ਯੂਜ਼ ਪੋਜੀਸ਼ਨ ਵੈਕਟਰ। ਸੋ ਇਟਸ ਪੋਜੀਸ਼ਨ ਵੈਕਟਰ ਇਜ਼ R1 ਵੈਕਟਰ। ਸੇਮ ਸੈਕੰਡ ਗ੍ਰਾਫ ਦੇ ਵਿੱਚ ਮੈਂ ਪੁਆਇੰਟ ਲਿਆ P2, ਉਹ P2 ਥੋੜਾ ਜਿਹਾ ਹੁਣ ਨੇੜੇ ਆ ਗਿਆ ਆਪਣਾ P ਦੇ। ਥਰਡ ਗ੍ਰਾਫ ਦੇ ਵਿੱਚ ਉਹ ਹੋਰ ਨੇੜੇ ਆ ਗਿਆ। ਤਾਂ ਤਿੰਨਾਂ ਗ੍ਰਾਫਾਂ ਦੇ ਵਿੱਚ ਮੈਂ P ਤਾਂ ਫਿਕਸ ਆ, ਪੋਜੀਸ਼ਨ ਆਫ ਪਾਰਟੀਕਲ ਐਟ ਟਾਈਮ T। ਸੈਕੰਡ ਅਤੇ ਥਰਡ ਦੇ ਵਿੱਚ ਜਿਹੜਾ ਪੁਆਇੰਟ ਆ P ਆ 2 and 3 ਇਟਸ ਸ਼ਿਫਟ ਟੂਵਰਡਸ ਦਾ P, ਉਹ ਨੇੜੇ ਆ ਰਿਹਾ ਹੈ ਕਿਦੇ P ਪੁਆਇੰਟ ਦੇ। ਹੁਣ ਇਹਨਾਂ ਦੇ ਵਿੱਚ ਮੈਨੂੰ ਇੱਕ ਟ੍ਰਾਇੰਗਲ ਬਣਦੀ ਨਜ਼ਰ ਆ ਰਹੀ ਹੈ ਤਿੰਨਾਂ ਦੇ ਵਿੱਚ। ਤਾਂ ਮੈਂ ਕੀ ਕੀਤਾ, ਜਿਹੜੀ ਉਹ ਥਰਡ P ਤੋਂ ਲੈ ਕੇ P1, P ਤੋਂ ਲੈ ਕੇ P2, P ਤੋਂ ਲੈ ਕੇ P3 ਤੱਕ ਆ, ਉਹਨੂੰ ਜੁਆਇਨ ਕਰਤਾ। when I join these 2 points it will give us displacement vector। for first graph it is delta r1 vector, for second graph it is delta r2 vector, and third will delta r3 vector। ਸੋ ਇਹਨਾਂ ਨੂੰ ਜੁਆਇਨ ਕੀਤਾ, then we use triangle of vector addition। ਹੁਣ ਜਿਹੜੀ ਇਹਦੇ ਵਿੱਚ ਡੈਲਟਾ R1 ਦੀ ਡਾਇਰੈਕਸ਼ਨ ਆ ਤਿੰਨਾਂ ਦੇ ਵਿੱਚ, ਉਹੀ ਡਾਇਰੈਕਸ਼ਨ ਦੱਸ ਰਹੀ ਆਪਾਂ ਨੂੰ ਡਾਇਰੈਕਸ਼ਨ ਆਫ ਵੈਲੋਸਿਟੀ ਜੋ ਆਪਾਂ ਨੇ ਐਵਰੇਜ ਵੈਲੋਸਿਟੀ ਕੀਤਾ ਸੀ। ਹੁਣ ਜਿਹੜਾ ਫੋਰਥ ਗ੍ਰਾਫ ਆ ਉਹਦੇ ਵਿੱਚ ਕੀ ਦੇਖਿਆ, ਉਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜਾ ਪੁਆਇੰਟ P ਆ ਜਾਂ ਅਗਲਾ ਪੁਆਇੰਟ ਜਿਹੜਾ ਹੋਊਗਾ P4 ਲੈ ਲਓ, ਉਹ ਬਹੁਤ ਹੀ ਨੇੜੇ ਹੈ P ਦੇ ਉੱਪਰ। ਤਾਂ ਉਸ ਦੇ ਵਿੱਚ ਮੈਂ ਕਿਸ ਤਰ੍ਹਾਂ ਇਹਦੀ ਡਾਇਰੈਕਸ਼ਨ ਸ਼ੋ ਕਰਾਂਗਾ ਵੈਲੋਸਿਟੀ ਵੈਕਟਰ ਦੀ। ਤਾਂ ਜਿਹੜਾ ਪੁਆਇੰਟ ਮੇਰਾ ਆਇਆ P, ਇਸ ਪੁਆਇੰਟ ਦੇ ਉੱਪਰ ਮੈਂ ਟੈਂਜੈਂਟ ਡਰਾ ਕਰੂੰਗਾ, ਜਿਹੜੀ ਮੈਂ ਡਰਾ ਕੀਤੀ ਹੋਈ ਆ ਆਹ ਵਾਲੀ। ਜਿਹੜੀ ਆ ਟੈਂਜੈਂਟ ਡਰਾ ਕੀਤੀ ਆ ਇਹ ਕੀ ਦੱਸੂਗੀ ਮੈਨੂੰ ਡਾਇਰੈਕਸ਼ਨ ਆਫ ਇੰਸਟੈਂਟੇਨੀਅਸ ਵੈਲੋਸਿਟੀ ਦੀ। ਸੋ ਲਾਸਟ ਦੇ ਵਿੱਚ ਮੈਂ ਇੱਕ ਲਾਈਨ ਲਿਖਾਵਾਂਗਾ ਇਹਦੇ ਵਿੱਚ, ਉਹ ਲਿਖ ਲੈਣਾ ਤੁਸੀਂ, ਇੰਪੋਰਟੈਂਟ ਹੈ।
Hence, direction of velocity, we say that instantaneous velocity is along the tangent to the path। ਜਿਸ ਰਾਸਤੇ ਦੇ ਆਪਾਂ ਚੱਲ ਰਹੇ ਹਾਂ ਉਸ ਰਾਸਤੇ ਦੇ ਆਪਾਂ ਜੇ ਆਪਾਂ ਟੇਂਜੈਂਟ ਡਰਾ ਕਰ ਦਈਏ then we will get instantaneous velocity। Our next topic is average acceleration। ਹੁਣ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਵਰੇਜ ਐਕਸਲੇਸ਼ਨ ਹੁੰਦੀ ਕੀ ਆ। ਇਹਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੰਦਾ। ਜਿਵੇਂ ਮੰਨ ਲਓ ਕਿ ਮੈਂ ਖੰਡ ਤੋਂ ਚੰਡੀਗੜ੍ਹ ਜਾਣਾ, ਮੇਰੇ ਕੋਲ ਆਪਣਾ ਇੱਕ ਵਹੀਕਲ ਆ, ਉਸ ਵਹੀਕਲ ਦੇ ਵਿੱਚ ਮੈਂ ਜਾਣਾ ਹੈ। ਤਾਂ ਜਦੋਂ ਮੈਂ ਵਹੀਕਲ 'ਚ ਜਾਊਂਗਾ ਤਾਂ ਮੈਂ ਲਗਾਤਾਰ ਆਪਣੀ ਵੈਲੋਸਿਟੀ ਚੇਂਜ ਕਰੂੰਗਾ ਵਿਦ ਰਿਸਪੈਕਟ ਟੂ ਟਾਈਮ। ਜਦੋਂ ਵੈਲੋਸਿਟੀ ਚੇਂਜ ਹੋਵੇਗੀ then we get an acceleration। we know that when velocity of an object change then we get a acceleration। ਹੁਣ ਖੰਡ ਤੋਂ ਲੈ ਕੇ ਚੰਡੀਗੜ੍ਹ ਤੱਕ ਮੇਰੀ ਜਿਹੜੀ ਐਕਸਲੇਸ਼ਨ ਆ ਉਹਦੀ ਐਵਰੇਜ ਕਿੰਨੀ ਆ, ਉਹਨੂੰ ਕਿਵੇਂ ਫਾਈਂਡ ਕੀਤਾ ਜਾਊਗਾ, ਇਹ ਆਪਾਂ ਨੇ ਮੋਸ਼ਨ ਇਨ ਸਟੇਟ ਲਾਈਨ ਦੇ ਵਿੱਚ ਪੜ੍ਹਿਆ ਸੀ। In this chapter we will find the average acceleration in term of 2D 2 dimension ਦੇ ਵਿੱਚ ਆਪਾਂ ਕਿਵੇਂ ਡਿਫਾਈਨ ਕਰਾਂਗੇ, ਉਹਦੇ ਵਿੱਚ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ ਹੈ। ਸੋ ਸਭ ਤੋਂ ਪਹਿਲਾਂ ਤਾਂ ਡੈਫੀਨੇਸ਼ਨ ਆ ਐਵਰੇਜ ਐਕਸਲੇਸ਼ਨ ਦੀ। Average acceleration of an object is the ratio of the change in velocity and corresponding time interval। ਆਪਾਂ ਨੇ ਮੰਨ ਲਿਆ ਕਿ if the velocity of object change from v vector to v dash vector in time interval delta t, ਕਿ ਮੇਰੀ ਜਿਹੜੀ object ਆ ਉਸਦੀ velocity v vector ਤੋਂ v dash vector change ਹੋ ਰਹੀ ਆ ਤੇ ਉਹਨੂੰ time ਲੱਗ ਰਿਹਾ ਹੈ delta t। ਸੋ ਇਹਦਾ ਮੈਂ ਫਾਰਮੂਲਾ ਲਾਤਾ ਐਵਰੇਜ ਐਕਸਲੇਸ਼ਨ ਦਾ, a ਬਾਰ ਇਜ਼ ਇਕਲ ਟੂ ਚੇਂਜ ਇਨ ਵੈਲੋਸਿਟੀ, ਮਤਲਬ ਫਾਈਨਲ ਦੇ ਵਿੱਚੋਂ ਮੈਂ ਇਨੀਸ਼ੀਅਲ ਘਟਾਵਾਂਗਾ। ਫਾਈਨਲ ਵੈਲੋਸਿਟੀ ਸੀ ਮੇਰੀ v ਡੈਸ਼ ਵੈਕਟਰ, ਇਨੀਸ਼ੀਅਲ ਸੀ v ਵੈਕਟਰ, ਸੋ v ਡੈਸ਼ ਮਾਈਨਸ v ਵੈਕਟਰ ਅਪੋਨ ਡੈਲਟਾ ਟੀ। ਸੋ ਜਿਹੜਾ v ਡੈਸ਼ ਵੈਕਟਰ ਮਾਈਨਸ v ਆ ਇਹਨੂੰ ਆਪਾਂ ਲਿਖ ਸਕਦੇ ਹਾਂ ਡੈਲਟਾ v ਵੈਕਟਰ ਨਾਲ। it will represent the change in velocity। ਜੋ delta v vector ਆ ਉਹ change in velocity ਨੂੰ represent ਕਰਦਾ ਹੈ। our next step is we can write the rectangular component of velocity। ਜੋ velocity ਦਾ rectangular component ਆ along x axis and y axis ਆਪਾਂ ਨੇ ਲਿਖਤਾ ਹੋ delta v x I cap plus v y j cap upon delta t। ਫਿਰ ਆਪਣਾ ਨੈਕਸਟ ਸਟੈਪ ਹੈਗਾ ਕਿ ਜਿਹੜਾ ਡੈਲਟਾ ਟੀ ਆ ਉਹਨੂੰ ਪਹਿਲਾਂ vx ਦੇ ਅਲੋਂਗ ਉਹਦੀ ਰੇਸ਼ੋ ਲੈਣੀ ਆ, ਫਿਰ vy ਦੇ ਅਲੋਂਗ ਰੇਸ਼ੋ ਲਈ ਆਪਾਂ ਨੇ ਅਲੱਗ ਅਲੱਗ ਕਰਤਾ ਇਹਨਾਂ ਨੂੰ, ਇਹਦਾ ਡਿਨੋਮੀਨੇਟਰ ਬ੍ਰੇਕ ਕਰਤਾ ਆਪਾਂ ਨੇ ਅਲੱਗ ਅਲੱਗ ਕਰਕੇ। ਫਿਰ ਜਿਹੜਾ ਆਇਆ ਆਪਣਾ ਐਕਸਪ੍ਰੈਸ਼ਨ ਡੈਲਟਾ v x ਅਪੋਨ ਡੈਲਟਾ ਟੀ ਪਲੱਸ ਡੈਲਟਾ vy ਅਪੋਨ ਡੈਲਟਾ ਟੀ, ਇਹ ਕੀ ਦਊਗਾ ਆਪਾਂ ਨੂੰ acceleration along x-axis and acceleration along y-axis। so from this expression we will find that is लिख लो कि equation express the average acceleration in term of its rectangular component। so next है direction of average acceleration। average acceleration ਦੀ ਕੀ direction ਹੋਵੇਗੀ ਉਹਦੀ study ਕਰਨੀ ਹੈ ਆਪਾਂ ਨੇ ਹੁਣ। So we take xy plane and the yellow color will represent the path of an object। किस रास्ते जा रहे हैं, पहला मैं पॉइंट लिया P1। ਹੁਣ P1 ਦੇ ਉੱਪਰ ਉਹਦੀ ਕੀ ਵੈਲੋਸਿਟੀ ਹੋਵੇਗੀ ਉਹਨੂੰ ਫਾਈਂਡ ਕਰਨ ਵਾਸਤੇ we use last topic, we draw tangent on that point। ਮੈਂ ਉਸ P1 ਜਿਹੜਾ P1 ਪੁਆਇੰਟ ਲਿਆ ਉਹਦੇ ਉੱਪਰ ਮੈਂ ਇੱਕ ਟੈਂਜੈਂਟ ਡਰਾ ਕਰਾਂਗਾ। it will give us the velocity of object at that instant। I will mark as v
ਵੈਕਟਰ। ਫਿਰ ਮੈਂ ਇੱਕ ਪੁਆਇੰਟ ਉਸੇ ਹੀ ਪਾਥ ਦੇ ਉੱਪਰ ਲਿਆ P2, ਉਹਦੀ ਵੈਲੋਸਿਟੀ ਨੂੰ ਵੀ ਫਾਈਂਡ ਕਰਨ ਵਾਸਤੇ ਆਈ ਵਿਲ ਯੂਜ਼ ਟੈਂਜੈਂਟ। ਮੈਂ ਟੈਂਜੈਂਟ ਡਰਾ ਕੀਤੀ ਐਂਡ ਐਟ that point it will give us the velocity of that point and I mark as v dash vector। ਹੁਣ ਇਹਨਾਂ ਦੋਨਾਂ ਨੂੰ ਮੈਂ ਯੂਜ਼ ਕੀਤਾ। ਦੇਖੋ ਆਹ ਹੈਗਾ ਮੇਰਾ v ਵੈਕਟਰ ਦੀ ਡਾਇਰੈਕਸ਼ਨ ਵੈਲੋਸਿਟੀ ਦੀ ਸੇਮ ਪੈਰਲਲ I will use triangle law of vector addition here। ਉਹ ਤੋਂ ਬਾਅਦ ਮੈਂ ਕੀ ਕੀਤਾ ਵਾ, ਇਸ v ਡੈਸ਼ ਵੈਕਟਰ ਦੇ ਪੈਰਲਲ ਅਲੋਂਗ ਇਸ ਦੇ ਮੈਂ ਇੱਕ ਲਾਈਨ ਡਰਾ ਕੀਤੀ ਜੋ ਰੀਪ੍ਰਜੈਂਟ ਕਰਦੀ ਆ v ਡੈਸ਼ ਵੈਕਟਰ ਨੂੰ। ਹੁਣ ਦੇਖੋ ਦੋਨਾਂ ਦਾ ਆਰਡਰ ਡਿਫਰੈਂਟ ਆ, ਮੈਂ ਇਹਨਾਂ ਨੂੰ ਜੁਆਇਨ ਕਰਨਾ ਹੈ। ਇਸ ਤਰ੍ਹਾਂ ਜੁਆਇਨ ਕੀਤਾ। ਹੁਣ ਦੇਖੋ ਆਪਾਂ ਇਨੀਸ਼ੀਅਲ ਤੋਂ ਫਾਈਨਲ ਜਾਣਾ, ਤੇ ਜਿਹੜਾ ਮੈਂ ਐਰੋ ਪਾਇਆ ਆਹ ਵਾਲਾ ਉਹ ਮੇਰਾ ਇਨੀਸ਼ੀਅਲ ਤੋਂ ਫਾਈਨਲ ਆ, ਨਾ ਕਿ ਆਪਣਾ ਥੱਲੇ ਤੋਂ ਆਪਾਂ ਥੱਲੇ ਐਰੋ ਨਹੀਂ ਪਾਉਣਾ, ਉਰੇ ਐਰੋ ਨਹੀਂ ਪਾਉਣਾ, ਆਪਾਂ ਨੇ ਐਰੋ ਕਿੱਧਰ ਪਾਉਣਾ ਹੈ, ਉੱਪਰ। ਹੁਣ ਦੇਖੋ ਵੀ ਜਿਹੜਾ ਆਹ ਆਪਾਂ ਨੇ ਲਾਈਨ ਡਰਾ ਕੀਤੀ ਇਹ ਕੀ ਦਊਗਾ ਆਪਾਂ ਨੂੰ, ਡੈਲਟਾ ਵੀ ਵੈਕਟਰ। ਸੋ ਵਿਦ ਦਾ ਹੈਲਪ ਆਫ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਵੀ ਵੈਕਟਰ ਪਲੱਸ ਡੈਲਟਾ ਵੀ ਵੈਕਟਰ ਇਜ਼ ਇਕੁਅਲ ਟੂ ਵੀ ਵੈਕਟਰ ਡੈਸ਼। ਕਿ ਜਿਹੜਾ ਵੀ ਵੈਕਟਰ ਆ ਤੇ ਡੈਲਟਾ ਵੀ ਵੈਕਟਰ ਆ ਉਹਨਾਂ ਦਾ ਆਰਡਰ ਸੇਮ ਆ, ਉਹਨਾਂ ਦਾ ਸਮ ਕਿਹਦੇ ਇਕੁਅਲ ਹੋਊਗਾ, ਇਹਦੀ ਜਿਹੜੀ ਥਰਡ ਸਾਈਡ ਆ ਟ੍ਰਾਇੰਗਲ ਦੀ ਉਹਨਾਂ ਦੇ ਆਪੋਜ਼ਿਟ ਆਰਡਰ, ਜਿਹਦਾ ਆਰਡਰ ਆਪੋਜ਼ਿਟ ਆ ਆਰਡਰ ਹੈਗਾ ਵੀ ਡੈਸ਼, ਉਹ ਮੈਂ ਲਿਖਤਾ। ਇੱਥੋਂ ਫਾਈਂਡ ਕੀਤਾ ਮੇਰਾ ਡੈਲਟਾ ਵੀ ਡੈਸ਼ ਕਿਹਦੇ ਬਰਾਬਰ ਆ ਗਿਆ, ਵੀ ਡੈਸ਼ ਵੈਕਟਰ ਮਾਈਨਸ ਵੀ ਵੈਕਟਰ। ਹੁਣ ਜਿੱਧਰ ਮੇਰੀ ਡਾਇਰੈਕਸ਼ਨ ਹੈਗੀ ਆ ਡੈਲਟਾ ਵੀ ਵੈਕਟਰ ਦੀ ਉਸੇ ਹੀ ਅਲੋਂਗ ਮੇਰੀ ਡਾਇਰੈਕਸ਼ਨ ਹੋਵੇਗੀ ਐਕਸਲੇਸ਼ਨ। ਉਹੀ ਲਾਈਨ ਲਿਖੀ ਹੋਈ ਆ, ਧਿਆਨ ਨਾਲ ਸਮਝੋ, ਇਹਨੂੰ ਰੀਡ ਕਰਿਓ, ਕਲੀਅਰ ਹੋਊਗਾ। ਸੋ ਨੈਕਸਟ ਇਜ਼ ਇੰਸਟੈਂਟੇਨੀਅਸ ਐਕਸਲੇਸ਼ਨ। ਇੰਸਟੈਂਟ ਦਾ ਮਤਲਬ ਹੁੰਦਾ ਹੈ ਐਟ ਦੈਟ ਇੰਸਟੈਂਟ, ਉਸ ਪਰਟੀਕੂਲਰ ਸਮੇਂ ਦੇ ਉੱਪਰ। ਜੇ ਆਪਾਂ ਨੂੰ ਐਕਸਲੇਸ਼ਨ ਪੁੱਛਿਆ ਤਾਂ ਐਕਸਲੇਸ਼ਨ, ਜੇ ਵੈਲੋਸਿਟੀ ਜੋ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਪੁੱਛਿਆ ਤਾਂ ਵੈਲੋਸਿਟੀ ਕੀ ਹੋਵੇਗੀ ਉਹਦੇ ਬਾਰੇ ਆਪਾਂ ਨੇ ਸਟੱਡੀ ਕਰਨਾ ਹੈ। ਤਾਂ ਇਹ ਤੋਂ ਪਹਿਲਾਂ ਤੁਹਾਨੂੰ ਐਵਰੇਜ ਐਕਸਲੇਸ਼ਨ ਬਾਰੇ ਚੰਗੀ ਤਰ੍ਹਾਂ ਨੌਲੇਜ ਹੋਵੇ ਤਾਂ ਹੀ ਤੁਸੀਂ ਇਸ ਆਰਟੀਕਲ ਨੂੰ ਚੰਗੀ ਤਰ੍ਹਾਂ ਸਟੱਡੀ ਕਰ ਸਕੋਗੇ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਇੰਸਟੈਂਟੇਨੀਅਸ ਐਕਸਲੇਸ਼ਨ ਦੇ ਵਿੱਚ, ਜੇ ਤੁਸੀਂ ਡਿਫਾਈਨ ਕਰਨਾ ਹੈ ਇਨ 2 ਡਾਇਮੈਂਸ਼ਨ ਤਾਂ ਆਪਾਂ ਕੀ ਕਰਾਂਗੇ, ਆਪਾਂ ਜਿਹੜਾ ਐਵਰੇਜ ਐਕਸਲੇਸ਼ਨ ਆ ਉਹਦੀ ਲਿਮਿਟ ਲੈ ਲਾਂਗੇ, ਜਿਵੇਂ ਮੈਂ ਇਸ ਐਕਸਪ੍ਰੈਸ਼ਨ ਦੇ ਵਿੱਚ ਕੀਤਾ ਹੋਇਆ। ਨੈਕਸਟ ਜਿਵੇਂ ਡੈਲਟਾ A ਵੈਕਟਰ ਇਜ਼ ਇਕੁਅਲ ਟੂ ਲਿਮਿਟ delta t approaches to 0 delta v vector upon delta t। ਹੁਣ delta v upon vector upon delta t is average acceleration ਦੱਸਦੀ ਆਪਾਂ ਨੂੰ। ਨੈਕਸਟ ਸਟੈਪ ਹੈਗਾ ਕਿ ਮੈਂ ਇਸ ਜਿਹੜਾ delta v vector ਇਹਦਾ ਮੈਂ ਰੈਕਟੈਂਗੂਲਰ ਕੰਪੋਨੈਂਟ ਯੂਜ਼ ਕਰੂੰਗਾ। ਸੋ ਜਿਹੜਾ A ਆ ਗਿਆ, ਸੈਕੰਡ ਸਟੈਪ ਆ ਗਿਆ delta vxi plus delta vy j vector cap j cap upon delta t। ਮੂਰੇ ਕੀ ਆਪਣੀ ਲਿਮਿਟ ਆ, ਲਿਮਿਟ ਡੈਲਟਾ ਟੀ ਅਪਰੋਚਿਸ ਟੂ 0। ਫਿਰ ਨੈਕਸਟ ਸਟੈਪ ਉਹੀ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਇੰਸਟੈਂਟੇਨੀਅਸ ਐਕਸਲੇਸ਼ਨ ਵੈਲੋਸਿਟੀ ਦੇ ਵਿੱਚ, ਕਿ ਡੈਲਟਾ ਟੀ ਨੂੰ ਪਹਿਲਾਂ vx ਦੇ ਨਾਲ ਸਪਲਿਟ ਕੀਤਾ, ਫਿਰ ਉਹਨੂੰ vy ਦੇ ਨਾਲ ਸਪਲਿਟ ਕਰਤਾ, ਮਤਲਬ ਡਿਨੋਮੀਨੇਟਰ ਨੂੰ ਅਲੱਗ-ਅਲੱਗ ਕਰ ਲਿਆ ਆਪਾਂ ਨੇ। ਆਫਟਰ ਡੂਇੰਗ that ਤਾਂ ਆਪਣਾ ਆਇਆ ਡੈਲਟਾ ਵੀ ਐਕਸ ਅਪੋਨ ਡੈਲਟਾ ਟੀ ਆਈ ਕੈਪ, ਮੂਰੇ ਲਿਮਿਟ ਚੱਲਦੀ ਹੈ, ਲਿਮਿਟ ਡੈਲਟਾ ਟੀ ਅਪਰੋਚਿਸ ਟੂ 0। ਦਿਸ ਵਿਲ ਗਿਵ ਅਸ ਡੀ ਵੀ ਐਕਸ ਅਪੋਨ ਡੀ ਟੀ। ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਜਦੋਂ ਆਪਾਂ ਲਿਮਿਟ ਲੈ ਲੈਂਦੇ ਹਾਂ ਕਿਸੇ ਵੀ ਡੈਲਟਾ ਦਾ ਤਾਂ ਉਹ ਕੀ ਹੋ ਜਾਂਦਾ, ਉਹਦੀ ਡੈਰੀਵੇਟਿਵ ਦੇ ਵਿੱਚ ਚੇਂਜ ਹੋ ਜਾਂਦਾ। ਸੋ ਇੱਕਣੇ ਆਪਣਾ ਡੀ ਵੀ ਐਕਸ ਅਪੋਨ ਡੀ ਟੀ ਆਈ ਕੈਪ ਆਇਆ ਪਲੱਸ ਡੀ ਵਾਈ ਵੀ ਵਾਈ ਅਪੋਨ ਡੀ ਟੀ ਜੇ ਕੈਪ ਆਇਆ। ਹੁਣ ਜਿਹੜਾ ਡੀ ਵੀ ਅਪੋਨ ਡੀ ਟੀ ਆ ਇਹ ਕੀ ਦਊਗਾ ਆਪਾਂ ਨੂੰ, ਐਕਸਲੇਸ਼ਨ ਦਊਗਾ
along x axis ਤੇ along y axis। ਸੋ ਇਹ ਸੀ instantaneous acceleration ਦਾ rectangular component ਨੂੰ ਸ਼ੋ ਕਰਨ ਦਾ ਤਰੀਕਾ। ਸੋ ਨੈਕਸਟ ਆ ਜਾਂਦਾ ਆਪਣਾ ਡਾਇਰੈਕਸ਼ਨ, ਕਿ ਡਾਇਰੈਕਸ਼ਨ ਕੀ ਹੋਵੇਗੀ ਇਸ ਦੀ instantaneous acceleration ਦੀ। ਸੇਮ ਜਿਵੇਂ ਆਪਾਂ ਨੇ ਪਹਿਲਾਂ ਕੀਤਾ ਸੀ ਇਹਦੇ ਵਿੱਚ ਐਵਰੇਜ ਐਕਸਲੇਸ਼ਨ ਦੇ ਵਿੱਚ ਐਕਸ ਵਾਈ ਪਲੇਨ ਲਿਆ ਮੈਂ, ਜਿਹੜਾ ਮੇਰਾ ਗ੍ਰੀਨ ਕਲਰ ਆ ਉਹ ਪਾਥ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਇਸ ਅਲੋਂਗ ਆਪਾਂ ਜਾ ਰਹੇ ਹਾਂ। ਉਸ ਪਾਥ ਦੇ ਉੱਪਰ ਮੈਂ 2 ਪੁਆਇੰਟ ਮਾਰਕ ਕੀਤੇ, ਇੱਕ P1 ਅਤੇ P2। ਉਸ P1 ਅਤੇ P2 ਦੇ ਕੀ ਵੈਲੋਸਿਟੀ ਹੋਵੇਗੀ ਇਹਨੂੰ ਫਾਈਂਡ ਕਰਨ ਵਾਸਤੇ ਵੀ ਕੈਨ ਯੂਜ਼ ਟੈਂਜੈਂਟ। ਤਾਂ ਮੈਂ ਟੈਂਜੈਂਟ ਡਰਾ ਕੀਤਾ ਜੋ ਮੈਨੂੰ ਦੱਸਦਾ ਹੈ ਡਾਇਰੈਕਸ਼ਨ ਆਫ ਦਾ ਵੈਲੋਸਿਟੀ ਆਫ ਆਬਜੈਕਟ। ਫਿਰ ਹੁਣ ਮੇਰਾ ਜਿਹੜਾ ਪੁਆਇੰਟ P ਆ 2 ਆ, P ਤਾਂ ਮੇਰਾ ਫਿਕਸ ਆ, P ਜਿਹੜਾ P1 ਲਿਆ ਹੋਇਆ ਹੈ ਨਾ, ਇੱਧਰ ਵੀ ਮੇਰਾ P1 ਨੇ ਮਾਰਕ ਕਰ ਲਓ, ਆਹ P1 ਹੈ, ਇਹ ਤਾਂ ਫਿਕਸ ਆ। ਪਹਿਲੇ ਦੇ ਵਿੱਚ ਜਿਹੜਾ P2 ਆ ਕਾਫੀ ਦੂਰ ਆ, ਸੈਕਿੰਡ ਦੇ ਵਿੱਚ ਉਹ ਬਹੁਤ ਨੇੜੇ ਨਾਲ ਆ ਉਹਦੇ। ਸੋ ਮੈਂ ਇਹਨਾਂ ਦੀ ਜਿਹੜੀ ਚੇਂਜ ਇਨ ਵੈਲੋਸਿਟੀ ਨੂੰ ਫਾਈਂਡ ਕਰਨ ਵਾਸਤੇ ਮੈਂ ਕੀ ਕਰਾਂਗਾ, ਵੀ ਯੂਜ਼ ਹੀਅਰ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ। ਤਾਂ V1 ਦੇ ਪੈਰਲਰ ਮੈਂ ਇੱਧਰ ਡਾਇਗਰਾਮ ਬਣਾਈ, V1 ਵੈਕਟਰ ਲਿਖਿਆ ਅਤੇ V2 ਦੇ ਪੈਰਲਰ ਮੈਂ ਇੱਧਰ V2 ਵੈਕਟਰ ਲਿਆ। ਇਹਨਾਂ ਨੂੰ ਮਿਲਾਇਆ ਤਾਂ ਇੱਕ ਟ੍ਰਾਇੰਗਲ ਬਣਾਉਣ ਵਾਸਤੇ ਆਪਾਂ ਨੂੰ 3 ਸਾਈਡਾਂ ਦੀ ਜ਼ਰੂਰਤ ਹੁੰਦੀ ਹੈ, 2 ਸਾਈਡਾਂ ਆ ਗਈਆਂ। ਥਰਡ ਨੂੰ ਮੈਂ ਕੀ ਕੀਤਾ, ਜੁਆਇਨ ਕਰਤਾ ਇਹਦੇ ਨਾਲ। ਆ ਦੇਖੋ ਇਸ ਦੇ ਵਿੱਚ ਜਿਹੜੀ ਥਰਡ ਸਾਈਡ ਆ ਉਹ ਆ ਗਈ ਡੈਲਟਾ V ਵੈਕਟਰ। ਹੁਣ ਇਹਦਾ ਜਿਹੜਾ ਆਰਡਰ ਆ ਉਹ V1 ਦੇ ਨਾਲ ਸੇਮ ਆ, ਤਾਂ ਇੱਥੇ ਟ੍ਰਾਇੰਗਲ ਲਾ ਕੇ ਆਪਾਂ ਯੂਜ਼ ਕਰ ਸਕਦੇ ਹਾਂ, ਇਹਦੀ ਡਾਇਰੈਕਸ਼ਨ ਕੱਢ ਲਾਂਗੇ। ਸੋ ਜਿਹੜੀ ਇਹਦੀ ਡਾਇਰੈਕਸ਼ਨ ਹੋਵੇਗੀ ਡੈਲਟਾ V ਵੈਕਟਰ ਦੀ, ਉਹੀ ਡਾਇਰੈਕਸ਼ਨ ਹੋਵੇਗੀ ਆਪਣੀ ਇੰਸਟੈਂਟੇਨੀਅਸ ਐਕਸਲਰੇਸ਼ਨ ਦੀ। ਸੋ ਇਸ ਕੇਸ ਦੇ ਵਿੱਚ ਜਿਹੜੀ ਆਪਣੀ ਡਾਇਗਰਾਮ ਦੇ ਵਿੱਚ ਸੈਕੰਡ ਡਾਇਗਰਾਮ ਬਣਾਈ ਆ ਉਹਦੇ ਵਿੱਚ ਦੇਖਿਆ ਆ ਕਿ ਜਦੋਂ ਦੋਨੋਂ ਪੁਆਇੰਟ ਬਹੁਤ ਇੱਕ ਦੂਜੇ ਦੇ ਨੇੜੇ ਹੁੰਦੇ ਆ ਤਾਂ ਜਿਹੜੀ ਐਕਸਲਰੇਸ਼ਨ ਹੁੰਦੀ ਆ ਉਹ ਵੈਲੋਸਿਟੀ ਵੈਕਟਰ ਦੇ ਪਰਪੈਂਡੀਕੂਲਰ ਹੁੰਦੀ ਹੈ। ਇਹ ਪੁਆਇੰਟ ਨੂੰ ਨੋਟ ਕਰਨਾ ਇੱਕ ਨੰਬਰ ਦਾ ਕੁਐਸਚਨ, 1 ਮਾਰਕਸ ਕੁਐਸਚਨ ਬਣ ਜਾਂਦਾ ਹੈ ਕਿ ਇਨ ਦਾ ਕੇਸ ਆਫ ਇੰਸਟੈਂਟੇਨੀਅਸ ਐਕਸਲਰੇਸ਼ਨ what is the direction of the acceleration। ਸੋ ਇਹ ਇੰਪੋਰਟੈਂਟ ਆ। ਸੋ ਅੱਜ ਲਈ ਆਪਣਾ ਟੌਪਿਕ ਖਤਮ ਹੁੰਦਾ ਹੈ, ਨੈਕਸਟ ਆਪਾਂ ਕੱਲ ਕਰਾਂਗੇ। ਥੈਂਕਸ।